देख रहे सारे विद्यार्थियों ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਆਪਾਂ 7ਵੀਂ ਕਲਾਸ ਦਾ ਜਿਹੜਾ ਫਰਸਟ ਚੈਪਟਰ ਹੈ ਗਣਿਤ ਦਾ ਉਹ ਸਟਾਰਟ ਕਰਨ ਜਾ ਰਹੇ ਹਾਂ। ਪਹਿਲਾ ਜਿਹੜਾ ਅਧਿਆਇ ਹੈ ਸਾਡੇ ਕੋਲ ਹੈ ਸੰਪੂਰਨ ਸੰਖਿਆਵਾਂ ਇੰਟੀਜਰਸ। ਸੰਪੂਰਨ ਸੰਖਿਆਵਾਂ ਦੇ ਬਾਰੇ ਤੁਸੀਂ 6ਵੀਂ ਦੇ ਵਿੱਚ ਵੀ ਪਹਿਲਾਂ ਬੱਚੋ ਪੜ੍ਹ ਚੁੱਕੇ ਹੋ ਤੇ ਥੋੜੀ ਜਿਹੀ ਤੇ ਸੰਖਿਆਵਾਂ ਦੀ ਰਿਵੀਜ਼ਨ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਐਕਸਰਸਾਈਜ਼ ਅਭਿਆਸ 1.1 ਹੈ ਜਿਹੜਾ ਉਹ ਸ਼ੁਰੂ ਕਰਾਂਗੇ। ਠੀਕ ਹੈ, तो सब तो पहला साढ़े कोल जो असीं संख्यावां देखते हैं, संख्यावां दे विच सब तो पहला जिहड़ियां संख्यावां साढ़े कोल आउंदियां ने उन्हां नूं असीं प्राकृतिक संख्यावां कहने हैं, भाव के नैचुरल नंबर्स। ठीक है विद्यार्थियों, प्राकृतिक संख्यावां 1 तो शुरू होंदियां ने तां 1 2 3 4 5 इवें कंटीन्यूअसली चलदियां रहंदियां ने। सब तो छोटी प्राकृतिक संख्या साढ़े कोल 1 हुंदी है, सब तो वड्डी प्राकृतिक संख्या आपां नहीं दस सकदे। ठीक है, प्राकृतिक संख्यावां दे विच सब तो वड्डी प्राकृतिक संख्या नहीं हुंदी। इस तो बाद साढ़े कोल आउंदियां ने पूर्ण संख्यावां। पूर्ण संख्यावां स्टूडेंट्स 0 तो स्टार्ट होंदियां ने, 0 1 2 3 4 5 फिर कंटीन्यूअसली जिहड़ियां चलदियां रहिंदियां ने। मतलब प्राकृतिक संख्यावां दे विच 0 नहीं आंदी, प्राकृतिक संख्यावां 1 तो शुरू होंदियां ते जिहड़ियां पूर्ण संख्यावां ने जिन्हां नूं असीं होल नंबर्स बोलदे हां। होल नंबर जिहड़े 0 तो स्टार्ट होंदे आ, 0 तो स्टार्ट होंदे। सब तो छोटी पूर्ण संख्या या सब तो छोटा होल नंबर जिहड़ा वो 0 हुंदी, साडे कोल 0 हुंदी है। बाकी इस तो बाद सारे प्राकृतिक संख्यावां ही आंदियां ने। ठीक है, प्राकृतिक संख्यावां दे विच एक 0 आपां होर ऐड कर लईए तां ओह साडे कोल पूर्ण संख्यावां बन जांदियां। सब तो छोटी पूर्ण संख्या 0, बट सब तो वड्डी पूर्ण संख्या आपां नहीं दस सकदे, कोई भी एग्जिस्ट नहीं करदी। ठीक है, इस तो बाद साडे कोल आउंदियां ने संपूर्ण संख्यावां। संपूर्ण संख्यावां दे विच साडे कोल ਇਹ ਤੁਸੀਂ ਅਗਰ ਧਿਆਨ ਦੇ ਨਾਲ ਦੇਖੋ 1 2 3 4 ਇਹ ਤਾਂ ਸਾਡੇ ਕੋਲ ਪ੍ਰਾਕਿਰਤਿਕ ਸੰਖਿਆਵਾਂ ਹੈ। ਅਗਰ ਅਸੀਂ 0 ਤੋਂ ਸਟਾਰਟ ਕਰੀਏ 0 1 2 3 4 ਇਹ ਸਾਡੇ ਕੋਲ ਪੂਰਨ ਸੰਖਿਆਵਾਂ ਬਣ ਜਾਂਦੀਆਂ ਨੇ। ਠੀਕ ਹੈ, ਤਾਂ ਇਹਦੇ ਖੱਬੇ ਪਾਸੇ ਜਿਵੇਂ ਅਸੀਂ ਸੱਜੇ ਪਾਸੇ 1 2 3 4 ਲਿਖਦੇ ਹਾਂ, 0 ਦੇ ਖੱਬੇ ਪਾਸੇ ਆਪਾਂ -1 -2 -3 ਮਤਲਬ ਘਟਾਓ ਵਾਲੀਆਂ ਜਿਹੜੀਆਂ ਸੰਖਿਆਵਾਂ ਉਹ ਲਿਖਦੇ ਹਾਂ। ਤਾਂ ਇਹ ਕਲੈਕਟਿਵਲੀ ਇਹ ਜਿਹੜੀਆਂ ਸਾਰੀਆਂ ਨੇ ਸੰਖਿਆਵਾਂ ਇਹਨਾਂ ਨੂੰ ਅਸੀਂ ਸੰਪੂਰਨ ਸੰਖਿਆਵਾਂ ਕਹਿੰਦੇ ਹਾਂ। ਠੀਕ ਹੈ, ਇਹਨਾਂ ਨੂੰ ਅਸੀਂ ਸੰਪੂਰਨ ਸੰਖਿਆਵਾਂ ਕਹਿੰਦੇ ਹਾਂ। ਤਾਂ ਸੰਪੂਰਨ ਸੰਖਿਆਵਾਂ ਦੇ ਵਿੱਚ ਸਾਡੇ ਕੋਲ 0 ਦੇ ਸੱਜੇ ਪਾਸੇ ਧਨਾਤਮਕ ਸੰਖਿਆਵਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਪੋਜ਼ਿਟਿਵ ਨੰਬਰਸ ਕਹਿੰਦੇ ਹਾਂ। ਠੀਕ ਹੈ, ਔਰ ਖੱਬੇ ਪਾਸੇ ਸਾਡੇ ਕੋਲ ਜਿਹੜੀਆਂ ਰਿਣਾਤਮਕ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਨੈਗੇਟਿਵ ਨੰਬਰਸ ਕਹਿੰਦੇ ਹਾਂ। ਠੀਕ ਹੈ, ਔਰ ਸੰਪੂਰਨ ਸੰਖਿਆਵਾਂ ਨੂੰ ਇੰਗਲਿਸ਼ ਦੇ ਵਿੱਚ ਅਸੀਂ ਇੰਟੀਜ਼ਰ ਬੋਲਦੇ ਹਾਂ। ਇਹ ਸਾਡੇ ਕੋਲ ਪੋਜ਼ਿਟਿਵ ਇੰਟੀਜ਼ਰਸ ਹੋ ਗਏ, ਇਹ ਨੈਗੇਟਿਵ ਇੰਟੀਜ਼ਰਸ ਹੋ ਗਏ। ਠੀਕ ਹੈ, ਔਰ ਇਹ ਵਿਚਕਾਰ 0 ਹੈ, ਸਾਡੇ ਕੋਲ 0 ਹੈ। 0 ਜਿਹੜਾ ਉਹ ਨਾ ਧਨਾਤਮਕ ਹੁੰਦਾ ਤੇ ਨਾ ਹੀ ਰਿਣਾਤਮਕ ਹੁੰਦਾ, ਜਾਂ ਆਪਾਂ ਕਹਿ ਸਕਦੇ ਹਾਂ ਦੋਨੋਂ ਹੁੰਦਾ। ਇਸ ਤਰ੍ਹਾਂ ਸੰਪੂਰਨ ਸੰਖਿਆਵਾਂ ਨੂੰ ਇਹ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਸੰਖਿਆ ਰੇਖਾ ਦੇ ਉੱਤੇ ਵੀ ਦਰਸਾ ਸਕਦੇ ਹਾਂ। ਠੀਕ ਹੈ, ਸਭ ਤੋਂ ਵਿਚਕਾਰ ਜਿਹੜਾ ਸਾਡੇ ਕੋਲ ਸੰਖਿਆ ਉਹ 0 ਆਏਗੀ, 0 ਆਏਗੀ। ਉਸ ਤੋਂ ਬਾਅਦ ਰਾਈਟ ਸਾਈਡ ਆਪਾਂ ਇਕੁਅਲ ਡਿਸਟੈਂਸ ਦੇ ਉੱਤੇ ਸੰਖਿਆਵਾਂ 1 2 3 4 5 6 7 8 ਐਵੇਂ ਲਿਖ ਸਕਦੇ ਹਾਂ। ਕੰਟੀਨਿਊਸਲੀ ਚਲੀ ਜਾਣਗੀਆਂ ਕਿਉਂਕਿ ਇੱਧਰ ਐਰੋ ਦਾ ਨਿਸ਼ਾਨ ਹੈ, ਇਹ ਸਾਨੂੰ ਕੀ ਦੱਸਦਾ ਹੈ ਕਿ ਕੰਟੀਨਿਊਸਲੀ ਇਹਨੂੰ ਅੱਗੇ ਅਸੀਂ ਵਧਾ ਸਕਦੇ ਹਾਂ, ਵਧਾਇਆ ਜਾ ਸਕਦਾ ਹੈ। ਠੀਕ ਹੈ, ਔਰ ਖੱਬੇ ਪਾਸੇ ਸਾਡੇ ਕੋਲ 0 ਦੇ -1 -2 -3 -4 ਇਸ ਤਰ੍ਹਾਂ ਆਪਾਂ ਰਿਣਾਤਮਕ ਸੰਖਿਆਵਾਂ ਜਿਹੜੀਆਂ ਉਹ ਸਾਰੀਆਂ ਲਿਖ ਲੈਂਦੇ ਹਾਂ। ਠੀਕ ਹੈ, ਇਹ ਸਾਡੇ ਕੋਲ ਧਨਾਤਮਕ ਸੰਖਿਆਵਾਂ ਨੇ, ਪੋਜ਼ਿਟਿਵ ਨੰਬਰਸ, ਔਰ ਇਹ ਸਾਡੇ ਕੋਲ ਰਿਣਾਤਮਕ ਸੰਖਿਆਵਾਂ ਨੇ। ਠੀਕ ਹੈ, ਭਾਵ ਹੈ ਕਿ ਨੈਗੇਟਿਵ ਨੰਬਰਸ ਆਪਾਂ ਇਹਨਾਂ ਨੂੰ ਬੋਲਦੇ ਹਾਂ। ਤਾਂ ਇਸ ਸੰਖਿਆ ਰੇਖਾ ਦੇ ਉੱਤੇ ਜਿਹੜੀ ਚੀਜ਼ ਖੱਬੇ ਪਾਸੇ ਹੈ, ਜਿਹੜੀ ਸੰਖਿਆ ਖੱਬੇ ਪਾਸੇ ਆ ਉਹ ਸੱਜੇ ਪਾਸੇ ਵਾਲੀਆਂ ਸਾਰੀਆਂ ਸੰਖਿਆਵਾਂ ਤੋਂ ਛੋਟੀ ਹੁੰਦੀ ਹੈ। ਜਿੱਦਾਂ ਹੁਣ ਅਸੀਂ ਗੱਲ ਕਰੀਏ ਜਿਹੜਾ 0 ਹੈ ਤਾਂ ਉਹ ਸਾਰੇ ਪੋਜ਼ਿਟਿਵ ਨੰਬਰ ਜਿਹੜੇ ਧਨਾਤਮਕ ਸੰਖਿਆਵਾਂ ਨੇ ਉਹਨਾਂ ਤੋਂ ਛੋਟਾ ਹੈ। ਪਰ ਕਿਉਂਕਿ ਜਿਹੜੀਆਂ ਮਾਈਨਸ ਵਾਲੀਆਂ ਨੈਗੇਟਿਵ ਨੰਬਰ ਸਾਡੇ ਕੋਲ ਹੈਗੇ ਆ, ਘਟਾਓ ਵਾਲੀਆਂ ਸੰਖਿਆਵਾਂ ਨੇ, ਉਹ 0 ਦੇ ਖੱਬੇ ਪਾਸੇ ਹੈ, ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ 0 ਤੋਂ ਇਹ ਸਾਰੀਆਂ ਛੋਟੀਆਂ ਨੇ। ਠੀਕ ਹੈ, ਖੱਬੇ ਪਾਸੇ ਜਿਹੜੀ ਸੰਖਿਆ ਹੋਏਗੀ ਉਹ ਸਾਡੇ ਕੋਲ ਸੱਜੇ ਪਾਸੇ ਵਾਲੀਆਂ ਸੰਖਿਆਵਾਂ ਤੋਂ ਛੋਟੀਆਂ ਹੁੰਦੀਆਂ ਨੇ। ਤਾਂ ਸਭ ਤੋਂ ਛੋਟੀਆਂ ਸੰਖਿਆਵਾਂ ਸਾਡੇ ਕੋਲ ਇੱਧਰ ਅਸੀਂ ਜਿਵੇਂ ਜਾਈ ਜਾਵਾਂਗੇ ਸੰਖਿਆਵਾਂ ਜਿਹੜੀਆਂ ਉਹ ਸਾਡੇ ਕੋਲ ਛੋਟੀਆਂ ਹੁੰਦੀਆਂ ਜਾਣਗੀਆਂ। ਠੀਕ ਹੈ, ਵੈਸੇ ਸਾਨੂੰ ਪਤਾ ਹੈ 1 ਜਿਹੜਾ 2 ਤੋਂ ਛੋਟਾ ਹੁੰਦਾ, 2 1 ਤੋਂ ਵੱਡਾ ਹੁੰਦਾ, ਬਟ ਅਗਰ ਦੋਨਾਂ ਦੇ ਅੱਗੇ ਨੈਗੇਟਿਵ ਸਾਈਨ ਲੱਗਿਆ ਤਾਂ ਫਿਰ ਕੀ ਹੋਏਗਾ, ਫਿਰ 2 ਛੋਟਾ ਹੋ ਜਾਏਗਾ, 1 ਜਿਹੜਾ ਹੈ ਉਹ ਵੱਡਾ ਹੋ ਜਾਏਗਾ। ਠੀਕ ਹੈ, ਤਾਂ ਇਹਨਾਂ ਦਾ ਜੋੜ ਹਲਕਾ ਫੁਲਕਾ ਤੁਸੀਂ 6ਵੀਂ ਕਲਾਸ 'ਚ ਸਿੱਖਿਆ ਹੋਇਆ ਹੈ। ਸੰਖਿਆ ਰੇਖਾ ਦੇ ਉੱਤੇ ਕਿਵੇਂ ਆਪਾਂ ਜੋੜ ਕਰਦੇ ਹਾਂ ਸੰਪੂਰਨ ਸੰਖਿਆਵਾਂ ਦਾ, ਉਹ ਵੀ 6ਵੀਂ ਕਲਾਸ ਦੇ ਵਿੱਚ ਤੁਸੀਂ ਸਿੱਖ ਕੇ ਆਏ ਹੋ। ਠੀਕ ਹੈ ਜੀ, ਤਾਂ ਬਾਕੀ ਹੁਣ ਇਸ ਤੋਂ ਬਾਅਦ ਅਸੀਂ ਅਭਿਆਸ 1.1 ਜਿਹੜੀ ਹੈ ਉਹ ਸਟਾਰਟ ਕਰਾਂਗੇ। ਉਹਦੇ ਕੁਐਸਚਨਸ ਆਪਾਂ ਸਟਾਰਟ ਕਰਾਂਗੇ। ਜਿੱਥੇ ਜਿਸ ਚੀਜ਼ ਦੀ ਹੋਰ ਐਕਸਟਰਾ ਇਨਫੋਰਮੇਸ਼ਨ ਦੀ ਕੋਈ ਥਿਊਰੀ ਪਾਰਟ ਦੀ ਲੋੜ ਹੋਈ ਉਹ ਮੈਂ ਤੁਹਾਨੂੰ ਨਾਲ ਦੱਸਦਾ ਜਾਵਾਂਗਾ। ਠੀਕ ਹੈ ਜੀ, ਤਾਂ ਆਓ ਅਸੀਂ ਦੇਖਦੇ ਹਾਂ ਅਭਿਆਸ 1.1 ਦਾ ਪਹਿਲਾ ਸਵਾਲ। ਹਾਂਜੀ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਅਭਿਆਸ 1.1 ਸੰਪੂਰਨ ਸੰਖਿਆਵਾਂ ਦਾ ਸਾਡੇ ਕੋਲ ਜਿਹੜਾ ਫਰਸਟ ਕੁਐਸਚਨ ਹੈਗਾ ਕੀ ਹੈ, ਕਿਸੇ ਵਿਸ਼ੇਸ਼ ਦਿਨ ਵਿੱਚ ਵੱਖ-ਵੱਖ ਸਥਾਨਾਂ 'ਤੇ ਤਾਪਮਾਨ ਨੂੰ ਸੈਂਟੀਗ੍ਰੇਡ ਦਰਜੇ ਵਿੱਚ
ਹੇਠਾਂ ਦਿੱਤੀ ਸੰਖਿਆ ਰੇਖਾ ਦੇ ਅਨੁਸਾਰ ਦਰਸਾਇਆ ਗਿਆ ਹੈ। ਠੀਕ ਹੈ, ਤਾਪਮਾਨ ਜਿਹੜਾ ਟੈਂਪਰੇਚਰ ਹੈ ਉਹਨੂੰ ਅਸੀਂ ਡਿਗਰੀ ਸੈਲਸੀਅਸ ਦੇ ਵਿੱਚ ਹਮੇਸ਼ਾ ਨਾਪਦੇ ਹਾਂ। ਠੀਕ ਹੈ, ਜਿੱਦਾਂ ਹੁਣ ਸਾਡੇ ਕੋਲ ਟੈਂਪਰੇਚਰ ਜਿਹੜਾ ਨਾਰਮਲੀ 40 ਡਿਗਰੀ ਸੈਲਸੀਅਸ ਹੁੰਦਾ ਹੈ ਜਾਂ 40 ਡਿਗਰੀ ਸੈਂਟੀਗ੍ਰੇਡ ਆਪਾਂ ਬੋਲ ਦਿੰਦੇ ਹਾਂ। ਠੀਕ ਹੈ, ਜਾਂ 30 ਡਿਗਰੀ ਜਾਂ 0 ਡਿਗਰੀ ਤੇ ਆਪਾਂ ਬੋਲਦੇ ਹਾਂ ਕਿ 0 ਡਿਗਰੀ ਸੈਂਟੀਗ੍ਰੇਡ ਜਦੋਂ ਸਾਡੇ ਕੋਲ ਟੈਂਪਰੇਚਰ ਹੁੰਦਾ ਉਸ ਵੇਲੇ ਬਰਫ਼ ਜਿਹੜੀ ਜੰਮ ਜਾਂਦੀ ਹੈ। 100 ਡਿਗਰੀ ਸੈਂਟੀਗ੍ਰੇਡ ਤੇ ਜਾ ਕੇ ਪਾਣੀ ਜਿਹੜਾ ਉਬਲਣਾ ਸਟਾਰਟ ਹੋ ਜਾਂਦਾ ਹੈ। ਠੀਕ ਹੈ, ਤਾਂ ਟੈਂਪਰੇਚਰ ਜਿਹੜਾ ਹੈਗਾ ਗਰਮੀ ਜਿਹੜੀ ਆ ਉਹਨੂੰ ਸੈਂਟੀਗ੍ਰੇਡ ਡਿਗਰੀ ਸੈਂਟੀਗ੍ਰੇਡ ਦੇ ਵਿੱਚ ਮਾਪਿਆ ਜਾਂਦਾ ਹੈ। ਠੀਕ ਹੈ, तो संख्या रेखा ते साडे कोल तुसीं देख सकते हो इत्थे कुछ संख्यावां जिहड़ियां ਉਹ लिखियां गईयां ने 0 है 5 10 15 20 है 25 है। इधर साडे कोल नैगेटिव नंबर है -5 है माइनस दे 10 ने। ठीक है, तो इत्थे नाल नाल कुछ शहरां दे जिहड़े नाम भी लिखे हुए हैं। बेंगलोर है, ऊटी, शिमला, श्रीनगर ते लाहौल स्पीति। तो आप देखते हैं इस क्वेश्चन में सानू की पूछा गया है ਉਹਦੇ अनुसार ਜਿਹੜਾ ਆਪਾਂ ਇਸ ਸੰਖਿਆ ਰੇਖਾ ਨੂੰ ਦੇਖ ਕੇ ਉਹਦਾ ਆਨਸਰ ਕਰਾਂਗੇ। ठीक है, तो सब तो पहला साडे कोल सवाल है फर्स्ट का जोड़ा ये पार्ट है, इस संख्या रेखा ਨੂੰ देखो ਅਤੇ ਇਸ ਤੇ ਦਰਸਾਏ ਸਥਾਨਾਂ ਦੇ ਤਾਪਮਾਨ ਲਿਖੋ। ਹੁਣ ਸੰਖਿਆ ਰੇਖਾ ਅਸੀਂ ਦੇਖ ਸਕਦੇ ਹਾਂ, ਇਹਦੇ ਉੱਤੇ ਦੇਖ ਕੇ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਸ਼ਹਿਰ ਦਾ ਨਾਮ ਜਿਹੜਾ ਕਿਸ ਬਿੰਦੂ ਦੇ ਨਾਲ ਲਿਖਿਆ ਹੋਇਆ, ਤੀਰ ਦਾ ਨਿਸ਼ਾਨ ਬਣਾਇਆ ਹੋਇਆ ਨਾ, ਇਹਦਾ ਮਤਲਬ ਸ਼ਿਮਲਾ ਜਿਹੜਾ ਉਹ 5 ਤੇ ਲਿਖਿਆ ਹੋਇਆ। ਠੀਕ ਹੈ, ਸ਼੍ਰੀਨਗਰ ਜਿਹੜਾ ਉਹ ਸਾਨੂੰ ਦੇਖਣਾ ਪਏਗਾ ਇੱਥੇ ਕਿਹੜੀ ਸੰਖਿਆ ਹੈ। ਠੀਕ, तो ਅਸੀਂ ਉਸ ਦੇ ਸਾਹਮਣੇ ਸ਼ਹਿਰ ਦਾ ਨਾਮ ਲਿਖ ਕੇ ਉਹਦੇ ਸਾਹਮਣੇ ਉਸ ਸ਼ਹਿਰ ਦਾ ਜਿਹੜਾ ਤਾਪਮਾਨ ਹੈ ਟੈਂਪਰੇਚਰ ਹੈ ਉਹ ਅਸੀਂ ਲਿਖਣਾ ਇਹਦੇ ਵਿੱਚ। ਠੀਕ ਹੈ, तो ਅਸੀਂ ਹੁਣ ਸਭ ਤੋਂ ਪਹਿਲਾਂ ਦੇਖ ਲੈਂਦੇ ਫਿਰ ਅਸੀਂ ਲਿਖਦੇ ਹਾਂ। ਹੁਣ ਜਿੱਦਾਂ ਕਿ ਇਹ ਜਿਹੜਾ ਸ਼ਿਮਲਾ ਹੈ, ਸ਼ਿਮਲੇ ਦਾ ਟੈਂਪਰੇਚਰ ਕਿੰਨਾ ਹੋਇਆ 5 ਡਿਗਰੀ ਸੈਂਟੀਗ੍ਰੇਡ। ਠੀਕ ਹੈ, तो ਇਹ 5 ਡਿਗਰੀ ਸੈਂਟੀਗ੍ਰੇਡ ਨੂੰ ਆਪਾਂ ਐਵੇਂ ਲਿਖ ਲੈਂਦੇ ਹਾਂ 5 ਡਿਗਰੀ ਸੈਲਸੀਅਸ ਜਾਂ ਸੀ ਲਿਖ ਦਿੰਦੇ ਜਾਂ ਸੈਂਟੀਗ੍ਰੇਡ। ठीक है, तो ਇਸੇ ਢੰਗ ਦੇ ਨਾਲ ਜੇ ਊਟੀ ਦਾ ਤਾਪਮਾਨ ਦੇਖੀਏ ਤਾਂ ਊਟੀ ਦਾ ਤਾਪਮਾਨ ਕੀ ਹੋਏਗਾ, ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ 10 ਤੋਂ ਬਾਅਦ ਇਹ 15, ਇਹਦਾ ਮਤਲਬ 10 11 12 13 14 ਹੋਏਗਾ ਨਾ ਇੱਥੇ। तो ਊਟੀ ਦਾ ਜਿਹੜਾ ਟੈਂਪਰੇਚਰ ਹੈ ਉਹ ਸਾਡੇ ਕੋਲ ਕੀ ਹੋ ਗਿਆ 14 ਡਿਗਰੀ ਸੈਲਸੀਅਸ। ठीक है, तो ਇਸੇ ਢੰਗ ਦੇ ਨਾਲ ਬੈਂਗਲੌਰ ਦਾ ਟੈਂਪਰੇਚਰ ਜਿਹੜਾ ਬੰਗਲੌਰ ਦਾ ਸਾਡੇ ਕੋਲ ਕਿੰਨਾ ਹੋ ਗਿਆ 20 21 22 ਭਾਵ 22 ਡਿਗਰੀ ਸੈਲਸੀਅਸ। ठीक है, तो ਇਸੇ ਢੰਗ ਦੇ ਨਾਲ ਦੂਸਰਾ ਸ਼੍ਰੀਨਗਰ ਦਾ ਟੈਂਪਰੇਚਰ ਸਾਡੇ ਕੋਲ ਕਿੰਨਾ ਹੋਇਆ, ਇਹ ਸਾਡੇ ਕੋਲ 0 ਹੈ, ਇਹ -5 ਹੈ। तो ਇਹਦਾ ਮਤਲਬ ਇੱਥੇ ਸਾਡੇ ਕੋਲ -1 -2 -3 -4 -5 ਇਹ ਵੀ ਆਇਆ ਹੋਏਗਾ, ਇਸੇ ਢੰਗ ਨਾਲ ਆਇਆ ਹੋਏਗਾ ਨਾ। तो ਇਹਦਾ ਮਤਲਬ ਇਹ ਸਾਡੇ ਕੋਲ ਟੈਂਪਰੇਚਰ ਕਿੰਨਾ ਪਿਆ, ਇਹ -2 ਹੈ। ਇਹ ਜਿਹੜਾ ਬਿੰਦੂ ਹੈ -2 ਹੈ, ਇਸ ਕਰਕੇ ਸ਼੍ਰੀਨਗਰ ਦਾ ਜਿਹੜਾ ਟੈਂਪਰੇਚਰ ਹੈ ਉਹ -2 ਡਿਗਰੀ ਸੈਲਸੀਅਸ ਹੈ। ठीक है, ਸ਼੍ਰੀਨਗਰ ਸਾਨੂੰ ਪਤਾ ਹੈ ਕਿ ਜੰਮੂ ਤੇ ਕਸ਼ਮੀਰ ਦੇ ਵਿੱਚ ਹੈ। ਠੀਕ, ਉੱਤੇ ਬਰਫ਼ ਪੈਂਦੀ ਹੈ। ਇਸ ਤੋਂ ਬਾਅਦ ਅਸੀਂ ਹੋਰ ਖੱਬੇ ਚੱਲਦੇ ਹਾਂ ਤੇ ਸਾਡੇ ਕੋਲ ਲਾਹੌਲ ਸਪੀਤੀ ਜਿਹੜਾ ਇੱਕ ਸ਼ਹਿਰ ਹੈਗਾ ਹੈ, ਇਹਦਾ ਜਿਹੜਾ ਟੈਂਪਰੇਚਰ ਹੈ ਉਹ ਸਾਡੇ ਕੋਲ ਕਿੰਨਾ ਬਣਦਾ ਹੈ -5 -6 -7 ਤੇ -8। ਠੀਕ ਹੈ, तो ਇਹ ਸਾਡੇ ਕੋਲ -8 ਡਿਗਰੀ ਸੈਲਸੀਅਸ ਉਹ ਬਣਦਾ ਹੈ। ਠੀਕ ਹੈ, तो ਹੁਣ ਕਾਪੀ ਤੇ ਆਪਾਂ ਕਿਵੇਂ ਕਰਨਾ ਹੈ, ਫਸਟ ਕੁਐਸਚਨ ਦਾ ਜਦੋਂ ਅਸੀਂ ਆਨਸਰ ਕਰਨਾ ਹੈ ਅਸੀਂ ਇਹ ਸਾਰੇ ਸ਼ਹਿਰਾਂ ਦੇ ਨਾਮ ਲਿਖਣੇ ਨੇ ਤੇ ਉਹਨਾਂ ਦੇ ਸਾਹਮਣੇ ਉਹਨਾਂ ਦਾ ਟੈਂਪਰੇਚਰ ਜਿਹੜਾ ਉਹ ਲਿਖ ਦੇਣਾ ਹੈ। ਠੀਕ ਹੈ, ਉਹ ਮੈਂ ਹੁਣੇ ਤੁਹਾਨੂੰ ਦੱਸਦਾ, ਤੁਸੀਂ ਕਾਪੀ ਤੇ ਉਸੇ ਢੰਗ ਦੇ ਨਾਲ ਨੋਟ ਕਰ ਲੈਣਾ। हाँ जी स्टूडेंट्स, तो इस ढंग के नाल असीं पहले सवाल का जिहड़ा उत्तर वो कॉपी ते लिख लांगे। बेंगलोर का तापमान बराबर 22 डिग्री सैलसीअस, ऊटी का तापमान 14 डिग्री सैलसीअस, शिमला 5 डिग्री सैलसीअस, श्रीनगर -2 डिग्री सैलसीअस, लाहौल स्पीति -8 डिग्री सैलसीअस। ठीक है, तो वीडियो नूं पॉज करके तुसीं ये जिहड़ी इन्फॉर्मेशन है तुसीं कॉपी ते नोट साफ राइटिंग दे विच कर सकते हो। ठीक है जी, हाँ जी विद्यार्थियों, इस तो बाद साडे कोल जिहड़ा नैक्सट क्वेश्चन है इहदा वो की है, ਇਹਨਾਂ ਸਥਾਨਾਂ ਵਿੱਚੋਂ ਸਭ ਤੋਂ ਵੱਧ ਗਰਮ ਅਤੇ ਠੰਡੇ ਸਥਾਨਾਂ ਦੇ ਤਾਪਮਾਨ ਵਿੱਚ ਕੀ ਅੰਤਰ ਹੈ। ਠੀਕ ਹੈ, ਤਾਂ ਇਹਨਾਂ ਵਿੱਚ ਅਸੀਂ ਦੇਖਣਾ ਪਹਿਲਾਂ ਤਾਂ ਸਭ ਤੋਂ ਠੰਡਾ ਸਥਾਨ ਕਿਹੜਾ ਹੈ, ਫਿਰ ਸਭ ਤੋਂ ਗਰਮ ਸਥਾਨ ਕਿਹੜਾ ਹੈ ਤੇ ਉਹਨਾਂ ਦੇ ਵਿੱਚ ਅੰਤਰ ਕਿੰਨਾ ਹੈ, ਟੈਂਪਰੇਚਰ ਦਾ ਜਿਹੜਾ ਡਿਫਰੈਂਸ ਹੈ ਉਹ ਸਾਡੇ ਕੋਲ ਕਿੰਨਾ, ਉਹ ਅਸੀਂ ਇਹਦੇ ਚੈੱਕ ਕਰਕੇ ਦੱਸਣਾ ਹੈ। ਠੀਕ ਹੈ, ਤਾਂ ਠੰਡੇ ਦਾ ਮਤਲਬ ਹੁੰਦਾ ਹੈ ਜਦੋਂ ਸਾਡੇ ਕੋਲ ਟੈਂਪਰੇਚਰ ਵੱਧਦਾ, ਜਿਵੇਂ ਅਸੀਂ ਗੱਲ ਕਰਦੇ ਨਾ 0 ਡਿਗਰੀ ਤੇ ਜਿਹੜਾ ਬਰਫ਼ ਜੰਮ ਜਾਂਦਾ, ਪਾਣੀ ਜੰਮ ਕੇ ਬਰਫ਼ ਬਣ ਜਾਂਦਾ ਹੈ, ਔਰ 100 ਡਿਗਰੀ ਦੇ ਉੱਤੇ ਪਾਣੀ ਜਿਹੜਾ ਉਹ ਉਬਲਣਾ ਸਟਾਰਟ ਕਰ ਦਿੰਦਾ। ਇਹਦਾ ਮਤਲਬ 0 ਡਿਗਰੀ ਜਿੱਦਾਂ ਟੈਂਪਰੇਚਰ ਘਟਦਾ ਉਵੇਂ ਠੰਡ ਜਿਹੜੀ ਆ ਉਹ ਵੱਧਦੀ ਹੈ, ਔਰ ਜਿਵੇਂ ਟੈਂਪਰੇਚਰ ਵੱਧਦਾ ਉਵੇਂ ਗਰਮੀ ਵੱਧਦੀ ਹੈ। ਠੀਕ ਹੈ, ਤਾਂ ਇਹਦੇ 'ਚ ਆਪਾਂ ਦੇਖ ਸਕਦੇ ਹਾਂ ਸਭ ਤੋਂ ਘੱਟ ਜਿਹੜਾ ਟੈਂਪਰੇਚਰ ਉਹ ਕਿੱਥੇ ਦਾ ਦਿੱਤਾ ਹੋਇਆ ਸਾਨੂੰ, ਲਾਹੌਲ ਸਪੀਤੀ ਦਾ ਦਿੱਤਾ ਹੋਇਆ ਜਿਹੜਾ ਕਿ -8 ਡਿਗਰੀ ਸੈਲਸੀਅਸ ਹੈ। ਔਰ ਸਭ ਤੋਂ ਵੱਧ ਟੈਂਪਰੇਚਰ ਜਿਹੜਾ ਇਹਦੇ ਕੁਐਸਚਨ ਸਾਨੂੰ ਦਿੱਤਾ ਹੋਇਆ ਉਹ ਬੈਂਗਲੌਰ ਦਾ ਦਿੱਤਾ ਹੋਇਆ ਜਿਹੜਾ ਕਿ 22 ਡਿਗਰੀ ਸੈਲਸੀਅਸ ਹੈ, 22 ਡਿਗਰੀ ਸੈਲਸੀਅਸ। ਤਾਂ ਬੈਂਗਲੌਰ ਅਤੇ ਲਾਹੌਲ ਸਪੀਤੀ ਦੇ ਟੈਂਪਰੇਚਰ ਦੇ ਵਿੱਚ ਕਿੰਨਾ ਡਿਫਰੈਂਸ ਹੈ, ਭਾਵ 22 ਡਿਗਰੀ ਤੇ -8 ਡਿਗਰੀ, ਇਹਦੇ ਵਿੱਚ ਕਿੰਨਾ ਡਿਫਰੈਂਸ ਹੈ, ਕੀ ਫਰਕ ਹੈ, ਉਹ ਅਸੀਂ ਸੈਕਿੰਡ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਗਿਆ। ਠੀਕ ਹੈ, ਤਾਂ ਉਹਦੇ 'ਚ ਆਪਾਂ ਪਹਿਲਾਂ ਲਿਖਾਂਗੇ ਬੈਂਗਲੌਰ ਦਾ ਤਾਪਮਾਨ, ਫਿਰ ਲਾਹੌਲ ਸਪੀਤੀ ਦਾ ਤਾਪਮਾਨ ਜਿਹੜਾ ਸਭ ਤੋਂ ਠੰਡਾ ਹੈ, ਇਹ ਸਭ ਤੋਂ ਗਰਮ ਹੈ ਇਹਨਾਂ ਦੇ ਵਿੱਚ। ਤਾਂ ਇਹਨਾਂ ਦੋਨਾਂ ਦਾ ਜਿਹੜਾ ਅੰਤਰ ਹੈ ਉਹਦੇ 'ਚ ਆਪਾਂ ਫਿਰ 22 ਡਿਗਰੀ ਦੇ ਵਿੱਚੋਂ ਇਹ -8 ਡਿਗਰੀ ਨੂੰ ਮਾਈਨਸ ਕਰਾਂਗੇ ਤਾਂ ਉਹ ਸਾਡੇ ਕੋਲ ਉੱਤਰ ਜਿਹੜਾ ਉਹ ਆ ਜਾਏਗਾ। ਵੱਡੀ ਸੰਖਿਆ 'ਚੋਂ ਛੋਟੀ ਸੰਖਿਆ ਘਟਾ ਕੇ ਅਸੀਂ ਉਹਨਾਂ ਦਾ ਡਿਫਰੈਂਸ ਜਿਹੜਾ ਉਹ ਲਿਖ ਦਿਆਂਗੇ। ਠੀਕ ਹੈ, ਆਓ ਦੇਖਦੇ ਹਾਂ ਕਿਵੇਂ ਇਹਨੂੰ ਕਰਨਾ ਹੈ। ਹਾਂਜੀ, ਤਾਂ ਇਹਦੇ 'ਚ ਆਪਾਂ ਲਿਖਾਂਗੇ ਸਭ ਤੋਂ ਪਹਿਲਾਂ ਜਿਹੜਾ ਲੋੜੀਂਦਾ ਅੰਤਰ ਹੈ ਉਹ ਆਪਾਂ ਇੱਥੇ ਲਿਖ ਲੈਂਦੇ ਹਾਂ, ਲੋੜੀਂਦਾ ਅੰਤਰ। ਲੋੜੀਂਦਾ ਅੰਤਰ ਆਪਾਂ ਕਿਸ ਚੀਜ਼ ਪਤਾ ਕਰਨਾ ਹੈ, ਸਭ ਤੋਂ ਵੱਧ ਗਰਮ ਸਥਾਨ ਦਾ ਤਾਪਮਾਨ।
सब तो ਵੱਧ ਗਰਮ ਸਥਾਨ ਦਾ ਤਾਪਮਾਨ। ਇਹਦੇ ਵਿੱਚੋਂ ਅਸੀਂ ਮਾਈਨਸ ਕੀ ਕਰਾਂਗੇ, ਸਭ ਤੋਂ ਵੱਧ ਠੰਡੇ ਸਥਾਨ ਦਾ ਤਾਪਮਾਨ। ठीक है, पर तुसी देख सकते हो सब तो वध तापमान जिहड़ा वो साडे कोल 22 डिग्री है, भाव कि बेंगलोर का जिहड़ा तापमान है ना। और ये असीं माइनस की करना है, ये माइनस का निशान है, ठीक है, ख्याल रखियो इस चीज़ का। ये असीं माइनस की करना है, सब तो ठंडे स्थान का तापमान जो जिहड़ा कि -8 डिग्री है, तो ये -8 डिग्री सेंटीग्रेड हो गया साडे कोल। ठीक है जी, इस तापमान दे विचों असीं ये वाला तापमान माइनस करना है। हुण विद्यार्थियों संपूर्ण संख्यावां नूं जदों असीं इवें घटाने हैं तो जिहड़ी जदों साडे कोल इवें दो जिहड़े साइन है वो इकट्ठे हो जाते हैं, माइनस माइनस, तो ये हमेशा माइनस माइनस एक दूजे नूं प्लस कर देंगे। ठीक है, माइनस ने माइनस नाल गुणा होकर की हो जाना है, प्लस हो जाना है। तो ये असीं इत्थे साडे कोल बन जाएगा 22 डिग्री सेल्सियस प्लस 8 डिग्री सेल्सियस। ठीक है, और इनू जदों असीं जोड़ांगे तो ये साडे कोल 30 डिग्री सेल्सियस 30 डिग्री सेंटीग्रेड बन जाता है। ਇਹਦਾ मतलब सब तो ਵੱਧ गर्म स्थान के तापमान और सब तो ठंडे स्थान के तापमान का जो अंतर है वो साडे कोल कितना हो गया, 30 डिग्री हो गया। आप इत्थे लिख लेने। ठीक है, इस तरह लोड़ींदा अंतर बराबर 30 डिग्री सेल्सियस। ठीक है, इस तो बाद देखते हैं असीं सी पार्ट जिहड़ा साडे कोल वो इस क्वेश्चन का की है। हाँ जी, इस तो बाद सी पार्ट साडे कोल है लाहौल स्पीति और श्रीनगर के तापमानां विच की अंतर है। लाहौल स्पीति का तापमान कितना है, -8 डिग्री सेल्सियस, और श्रीनगर के तापमान का साडे कोल जिहड़ी कीमत है वो है -2 डिग्री सेल्सियस। तो ये ज़्यादा है, ये घट है, तो इन्हां दोनों जो असीं अंतर पता करना है, -2 दे विचों असीं -8 जिहड़ा है वो माइनस करांगे। आओ देखते हैं। हाँ जी, इहदे विच भी आपां लिखांगे लोड़ींदा अंतर श्रीनगर का तापमान माइनस लाहौल स्पीति का तापमान। ठीक है, तो इधर आएगा। चलो, तो ये श्रीनगर का जो तापमान है वो है साडे कोल -2 डिग्री सेल्सियस -2 डिग्री सेंटीग्रेड, और जो लाहौल स्पीति का तापमान है वो -8 डिग्री सेंटीग्रेड। ठीक है, तो अगेन ये माइनस माइनस की हो जाएगा प्लस, तो ये साडे कोल बनता है -2 डिग्री सेंटीग्रेड प्लस 8 डिग्री सेंटीग्रेड। ठीक है, तो 8 जमा दे ने 2 घटाउदे ने, तो 8 दे विचों 2 माइनस होणगे, साडे कोल आंसर तो आएगा 6 डिग्री सेल्सियस। और साइन वही रहता है जिहड़ा वड्डी संख्या के अगे होंदा है। ठीक है, 8 के अगे प्लस का साइन है तो ये अगे प्लस का साइन ही होएगा, वो लिखण की जिहड़ी लोड़ नहीं है सानू। ठीक है, तो दोनों शहरों का जिहड़ा अंतर सी दोनों के तापमान का वो साडे कोल कितना बन गया, 6 डिग्री सेंटीग्रेड जिहड़ा वो इस केस दे विच साडे कोल बन जाता है। ठीक है, तो हम देखते हैं कि नैक्सट जिहड़ा पार्ट है इसका वो की कहता है। डी पार्ट है कि असीं कह सकते हाँ कि शिमले और श्रीनगर के तापमानां का जोड़ शिमले के तापमान तो घट है। शिमले और श्रीनगर के तापमानां का जोड़ शिमले के तापमान तो घट है कि इन्हां दोनों स्थानों के तापमानां का जोड़ श्रीनगर के तापमान तो घट है। तो शिमले का जिहड़ा तापमान है वो है साडे कोल 5 डिग्री सेंटीग्रेड, और जिहड़ा शिमले का श्रीनगर का तापमान है वो साडे कोल -2 डिग्री सेंटीग्रेड है। तो शिमले तो श्रीनगर के दोनों जिहड़े तापमान ने इन्हूं असीं जोड़ कर लांगे, इन्हां दा ना जोड़ कर लैने पहला, फिर जो कीमत आएगी वो असीं दसांगे कि वो शिमले के तापमान तो घट है जां नहीं, या वो श्रीनगर के तापमान तो घट है जां नहीं। ठीक है, हाँ जी स्टूडेंट्स, तो आप देख सकते हैं शिमले और श्रीनगर के तापमानां का जोड़ ये साडे कोल है 5 डिग्री सेल्सियस प्लस -2 डिग्री सेल्सियस। ठीक है, तो 5 डिग्री साडे कोल शिमले का तापमान है और श्रीनगर का -2 डिग्री सेल्सियस है साडे कोल। हुण जदों असीं इहदा जोड़ करांगे, जदों साडे कोल प्लस ते -2 साइन इकट्ठे हो जाते हैं तो हमेशा जिहड़ा साइन है वो माइनस का ही बचता है। ठीक है, -2 डिग्री सेंटीग्रेड। ठीक है, तो प्लस ते माइनस होंदे ने, तो 5 डिग्री के विचों जदों असीं 2 डिग्री घटावांगे तो ये साडे कोल बनेगा 3 डिग्री सेंटीग्रेड। ठीक है, तो दोनों शिमला और श्रीनगर के तापमानां का जिहड़ा जोड़ है वो साडे कोल बन गया 3 डिग्री। तो हुण असीं ये देखना कि ये शिमले तो जिहड़ा हाँ जी
ਤਾਂ ਇਹ ਕੀ ਜਿਹੜਾ ਸ਼ਿਮਲੇ ਦੇ ਤਾਪਮਾਨ ਤੋਂ ਘੱਟ ਹੈ, ਇਹ ਜਿਹੜਾ ਜੋੜ ਹੈ ਉਹ ਸ਼ਿਮਲੇ ਦੇ ਤਾਪਮਾਨ ਤੋਂ ਘੱਟ ਹੈ। ਤਾਂ ਸ਼ਿਮਲੇ ਦਾ ਤਾਪਮਾਨ ਸਾਡੇ ਕੋਲ ਕਿੰਨਾ ਹੈ 5 ਡਿਗਰੀ। ਯੈਸ, ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਜੋੜ ਹੈ ਇਹ 3 ਡਿਗਰੀ ਹੈ, 3 ਡਿਗਰੀ 5 ਡਿਗਰੀ ਤੋਂ ਘੱਟ ਹੁੰਦਾ ਹੈ। ਠੀਕ ਹੈ, ਤਾਂ ਆਪਾਂ ਕਹਿ ਸਕਦੇ ਹਾਂ ਹਾਂ ਇਹ ਜੋੜ ਸ਼ਿਮਲੇ ਦੇ ਤਾਪਮਾਨ ਤੋਂ ਘੱਟ ਹੈ, ਸ਼ਿਮਲੇ ਦੇ ਤਾਪਮਾਨ ਤੋਂ ਘੱਟ ਹੈ। ਇਸ ਤੋਂ ਬਾਅਦ ਪੁੱਛਿਆ ਹੈ ਕਿ ਇਹਨਾਂ ਦੋਨੋਂ ਸਥਾਨਾਂ ਦੇ ਤਾਪਮਾਨਾਂ ਦਾ ਜੋੜ ਸ਼੍ਰੀਨਗਰ ਦੇ ਤਾਪਮਾਨ ਤੋਂ ਘੱਟ ਹੈ। ਸ਼੍ਰੀਨਗਰ ਦਾ ਤਾਪਮਾਨ ਕਿੰਨਾ ਹੈ -2 ਡਿਗਰੀ, ਜੋੜ ਜਿਹੜਾ 3 ਡਿਗਰੀ ਹੈ। ਸ਼੍ਰੀਨਗਰ ਦਾ ਤਾਪਮਾਨ ਜਿਹੜਾ ਉਹ ਸਾਡੇ ਕੋਲ -2 ਡਿਗਰੀ ਹੈ। ਤਾਂ ਇਹ ਜੋੜ ਜਿਹੜਾ ਹੈ, ਜਿਹੜਾ ਜਮਾਦਾਰ ਰਕਮ ਹੁੰਦੀ, ਜਿਹੜੀ ਧਨਾਤਮਕ ਸੰਖਿਆ ਹੁੰਦੀ ਹੈ, ਉਹ ਹਮੇਸ਼ਾ ऋणात्मक ਸੰਖਿਆ ਤੋਂ ਵੱਡੀ ਹੁੰਦੀ ਹੈ ਸਾਡੇ ਕੋਲ। ਠੀਕ ਹੈ, ਤਾਂ 3 ਡਿਗਰੀ ਜਿਹੜਾ ਹੈ ਉਹ -2 ਡਿਗਰੀ ਤੋਂ ਘੱਟ ਨਹੀਂ ਹੈ, ਉਹਦੇ ਤੋਂ ਜ਼ਿਆਦਾ ਹੈ। ਤਾਂ ਆਪਾਂ ਲਿਖਾਂਗੇ ਨਹੀਂ ਸ਼੍ਰੀਨਗਰ, ਇਹ ਜੋੜ ਸ਼੍ਰੀਨਗਰ ਦੇ ਤਾਪਮਾਨ ਤੋਂ, ਸ਼੍ਰੀਨਗਰ ਦੇ, ਇਹ ਜੋੜ ਸ਼੍ਰੀਨਗਰ ਦੇ ਤਾਪਮਾਨ ਤੋਂ ਘੱਟ ਨਹੀਂ ਹੈ। ਠੀਕ ਹੈ ਜੀ, ਸ਼੍ਰੀਨਗਰ ਦੇ ਤਾਪਮਾਨ ਤੋਂ ਇਹ ਘੱਟ ਨਹੀਂ ਹੈ। ਆਪਾਂ ਇੱਥੇ ਨੰਬਰ ਲਾਈਨ ਤੇ ਵੀ ਲਿਖ ਸਕਦੇ, ਜਿਹੜਾ 3 ਡਿਗਰੀ ਉਹ ਕਿੱਥੇ ਆਏਗਾ, ਇਹ ਸਾਡੇ ਕੋਲ 0 ਡਿਗਰੀ ਹੈ, 0 1 2 3 ਇੱਥੇ ਆਏਗਾ ਕਿਤੇ ਨਾ 3 ਡਿਗਰੀ। तो ਆਪਾਂ ਸਟਾਰਟਿੰਗ 'ਚ ਹੀ ਗੱਲ ਕੀਤੀ ਸੀ ਕਿ ਜਿਹੜਾ ਨੰਬਰ ਸੰਖਿਆ ਰੇਖਾ ਦੇ ਖੱਬੇ ਪਾਸੇ ਹੁੰਦਾ ਇੱਥੇ -2 ਡਿਗਰੀ ਹੈ। तो -2 ਡਿਗਰੀ 3 ਡਿਗਰੀ ਦੇ ਖੱਬੇ ਪਾਸੇ ਹੈ ਤਾਂ ਛੋਟਾ ਹੀ ਹੋਏਗਾ। ਵੈਸੇ ਵੀ ਜਿਹੜੇ ऋणात्मक ਸੰਖਿਆਵਾਂ ਜਿਹੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਧਨਾਤਮਕ ਸੰਖਿਆਵਾਂ ਤੋਂ ਛੋਟੀਆਂ ਹੁੰਦੀਆਂ ਨੇ। ਠੀਕ ਹੈ, ਧਨਾਤਮਕ ਸੰਖਿਆਵਾਂ ਹਮੇਸ਼ਾ ऋणात्मक ਸੰਖਿਆਵਾਂ ਤੋਂ ਵੱਡੀਆਂ ਹੁੰਦੀਆਂ ਨੇ। ਜਿਹੜੀ 0 ਹੈ ਇਹ ऋणात्मक ਸੰਖਿਆਵਾਂ ਤੋਂ ਵੱਡੀ ਹੁੰਦੀ ਹੈ ਪਰ ਧਨਾਤਮਕ ਸੰਖਿਆਵਾਂ ਤੋਂ ਛੋਟੀ ਹੁੰਦੀ ਹੈ, ਔਰ ਇਹ ਦੋਨਾਂ ਦੇ ਵਿਚਕਾਰ ਹੈ। ਠੀਕ ਹੈ, तो ਮੈਨੂੰ ਉਮੀਦ ਹੈ ਕਿ ਪਹਿਲਾ ਸਵਾਲ ਜਿਹੜਾ ਉਹ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਿਆ ਹੋਵੇਗਾ। ਇਹਨੂੰ ਕਾਪੀਜ਼ ਤੇ ਆਪਣੇ ਜ਼ਰੂਰ ਉਤਾਰ ਲੈਣਾ। ਠੀਕ ਹੈ, ਇਸ ਤੋਂ ਬਾਅਦ ਆਪਾਂ ਜਿਹੜਾ ਨੈਕਸਟ ਕੁਐਸਚਨ ਹੈ ਇੱਕ ਹੋਰ ਇਸ ਵੀਡੀਓ ਦੇ ਵਿੱਚ ਕਰਾਂਗੇ। ਇਸ ਤੋਂ ਬਾਅਦ ਫਿਰ ਬਾਕੀ ਜਿਹੜੇ ਅਗਲੇ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਠੀਕ, ਅਗਲਾ ਦੂਜਾ ਸਵਾਲ ਸਾਡੇ ਕੋਲ ਹੈ ਇਸ ਅਭਿਆਸ ਦਾ। ਕਿਸੇ ਸਵਾਲਨਾਮੇ ਕੁਇਜ਼ ਵਿੱਚ ਸਹੀ ਉੱਤਰ ਦੇ ਧਨਾਤਮਕ ਅੰਕ ਦਿੱਤੇ ਜਾਂਦੇ ਹਨ ਅਤੇ ਗਲਤ ਉੱਤਰ ਦੇ ऋणात्मक ਅੰਕ ਦਿੱਤੇ ਜਾਂਦੇ ਹਨ। ਜੇਕਰ ਵੱਖ-ਵੱਖ ਰਾਉਂਡਾਂ ਵਿੱਚ ਜੈਕ ਨੇ 25 -5 -10 15 ਅਤੇ 10 ਅੰਕ ਪ੍ਰਾਪਤ ਕੀਤੇ ਹੋਣ ਤਾਂ ਦੱਸੋ ਕਿ ਅੰਤ ਵਿੱਚ ਉਸਦੇ ਅੰਕਾਂ ਦਾ ਜੋੜ ਕਿੰਨਾ ਸੀ। ਠੀਕ ਹੈ, ਤੋਂ ਕੋਈ ਕੰਪੀਟੀਸ਼ਨ ਹੈਗਾ, ਉਹਦੇ 'ਚ ਜਿਹੜੇ ਅਗਰ ਤੁਸੀਂ ਸਹੀ ਜਵਾਬ ਦਿੰਦੇ ਆ ਤਾਂ ਤੁਹਾਨੂੰ ਜਿਹੜੇ ਨੰਬਰ ਜੁੜ ਜਾਂਦੇ ਨੇ, ਅਗਰ ਗਲਤ ਜਵਾਬ ਦਿੰਦੇ ਆ ਤੁਹਾਡੇ ਨੰਬਰ ਜਿਹੜੇ ਉਹ ਕੱਟ ਲਏ ਜਾਂਦੇ ਨੇ। ਠੀਕ ਹੈ, ਕੱਟ ਲਏ ਜਾਣ ਦਾ ਭਾਵ ਹੈ ਕਿ ਤੁਹਾਡੇ ਨੰਬਰ ਮਾਈਨਸ ਕਰ ਦਿੱਤੇ ਜਾਂਦੇ ਨੇ। ਠੀਕ ਹੈ, ਤੋਂ ਇਸ ਤਰ੍ਹਾਂ ਉਹਦੇ 5 ਰਾਊਂਡ ਸੀਗੇ। 5 ਰਾਊਂਡਾਂ ਦੇ ਵਿੱਚ 5 ਰਾਊਂਡਸ ਦੇ ਵਿੱਚ ਜੈਕ ਨੂੰ ਪਹਿਲੇ 'ਚ 25 ਅੰਕ ਪ੍ਰਾਪਤ ਹੋਏ, ਦੂਜੇ 'ਚ -5, ਤੀਜੇ 'ਚ -10, ਫਿਰ 15 ਤੇ ਫਿਰ 10। तो ये 5 राउंड का जो टोटल है, टोटल अंक है वो किन्ने बने, वो असीं जोड़ जोड़ा ये पता करना। आप देखते हैं आप सारिया जिहड़ियां संख्यावां ने उन्होंने की करांगे, आप जोड़ देंगे, जोड़ के साडे कोल उत्तर आ जाएगा। आओ देखते हैं जी दूजा सवाल हल। सवालनामे विच जैक द्वारा प्राप्त किए अंकों का जोड़। हाँ जी बच्चों, ये सब तो पहला 25 अंक ने। ठीक है, ये जमा -5 जमा -10 जमा 15 अखीर फिर जमा 10। तो ये 25 जड़ा 15 ते 10 ये तीनों संख्यावां जोड़दियां ने, ये जिहड़ियां दो संख्यावां घटाउदियां ने। तो ब्रैकेट के बाहर जो साडे कोल प्लस पिया तो प्लस माइनस की हो जाता है माइनस। ठीक है, प्लस नूं जो माइनस की संख्या नाल असीं गुणा करते हैं साडे कोल माइनस बनता है। इसी तरह ये प्लस माइनस माइनस हो जाएगा और ये 15 और ये 10। ठीक है, इस चीज़ नूं थोड़ा जिहा नोट कर लो। जदों भी साडे कोल दो संख्यावां अगर दोनों संख्यावां प्लस दियां ने, प्लस गुणा प्लस, तो ये हमेशा साडे कोल प्लस रहिंदा है। अगर दोनों माइनस दियां ने तो माइनस गुणा माइनस ये भी साढ़े को प्लस बन जाता है। बट अगर एक संख्या माइनस दी है तो ये माइनस ही रहेगा। अगर एक संख्या साढ़े को प्लस दी है और दूजी माइनस दी है तो भी साढ़े को माइनस रहता। ठीक है, तो ये प्लस ते माइनस दोनों इकट्ठे हो गए तो ये माइनस बन गया। ठीक, तो इस तो बाद हुण जिहड़े तां साडे कोल संख्यावां ने प्लस दियां वो इकट्ठियां आपस दे विच जुड़नगियां, जिहड़ियां ने माइनस दियां वो आपस दे विच जुड़नगियां। ठीक है, आपां इवें सौखे तरीके नाल समझ सकते हैं कि मान लो जिहड़े माइनस दे नंबर है संख्यावां ने ये चोर ने
ਔਰ ਜਿਹੜੇ ਜਮ੍ਹਾਂ ਦੀਆਂ ਸੰਖਿਆਵਾਂ ਨੇ ਸਾਡੇ ਕੋਲ ਸਿਪਾਹੀ ਨੇ, ਤਾਂ ਸਿਪਾਹੀ ਆਪਸ ਇਕੱਠੇ ਹੋ ਜਾਣਗੇ, ਜਿਹੜੇ ਇਹ ਘਟਾਓ ਦੇ ਨੇ ਚੋਰ ਨੇ ਆਪਸ ਇਕੱਠੇ ਹੋ ਜਾਣਗੇ। ਫਿਰ ਦੇਖਦੇ ਹਾਂ ਟੋਟਲ ਸਿਪਾਹੀ ਸਾਡੇ ਕੋਲ ਕਿੰਨੇ ਬਣਦੇ ਤੇ ਟੋਟਲ ਚੋਰ ਕਿੰਨੇ ਬਣਦੇ। ਠੀਕ ਹੈ, ਤਾਂ 25, 15 ਤੇ 10 ਇਹ ਦੋਨੋਂ ਆਪਸ ਜੁੜ ਜਾਣਗੇ ਤੇ 25 ਜਮਾ 10 ਜਮਾ 15। ਠੀਕ ਹੈ, ਇਸ ਤੋਂ ਬਾਅਦ ਇਹ ਪਿੱਛੇ -5 ਤੇ -10 ਬਚਦੇ ਨੇ, ਤਾਂ 25 ਤੇ 10 ਜਿਹੜੇ 35, 35 ਤੇ 15 ਜਿਹੜਾ ਸਾਡੇ ਕੋਲ 50 ਬਣ ਜਾਂਦੇ ਆ। ਠੀਕ ਹੈ, ਤਾਂ ਇਹ ਹੋ ਗਿਆ 50 ਸਾਡੇ ਕੋਲ ਜਮਾ ਦੇ, ਔਰ ਘਟਾਓ ਦੇ ਦੋਨੋਂ ਇਕੱਠੇ ਹੋ ਗਏ, ਇਹ 15 ਬਣ ਗਏ। ਭਾਵ ਚੋਰ ਕਿੰਨੇ ਹੋ ਗਏ ਟੋਟਲ 15 ਤੇ ਸਿਪਾਹੀ ਕਿੰਨੇ ਹੋ ਗਏ ਟੋਟਲ 50। ਠੀਕ ਹੈ, ਤੇ ਹੁਣ ਕੀ ਹੋਣਾ, ਇਹ ਜਿਹੜੇ 15 ਚੋਰ ਨੇ ਇਹਨਾਂ ਨੂੰ 15 ਠੀਕ ਹੈ, ਤਾਂ ਹੁਣ 50 ਜਿਹੜੇ ਸਾਡੇ ਕੋਲ ਉਹ ਸਿਪਾਹੀ ਨੇ, 15 ਜਿਹੜੇ ਉਹ ਚੋਰ ਨੇ। ਇਹਦਾ ਮਤਲਬ 15 ਚੋਰਾਂ ਨੂੰ ਫੜਨ ਲਈ 15 ਸਿਪਾਹੀ ਸਾਨੂੰ ਚਾਹੀਦੇ ਆ, ਤਾਂ 15 ਸਿਪਾਹੀ 15 ਚੋਰਾਂ ਨੂੰ ਫੜ ਕੇ ਲੈ ਜਾਣਗੇ। ਬਾਕੀ ਸਾਡੇ ਕੋਲ ਸਿਪਾਹੀ ਕਿੰਨੇ ਬਚ ਜਾਣਗੇ, ਜਿੰਨੇ ਇੱਥੇ ਪਿੱਛੇ ਬਚਣਗੇ ਨਾ। ਤਾਂ ਇਹ ਸਮਝਣ ਵਾਸਤੇ ਹੈ, ਅਦਰਵਾਈਜ਼ ਆਪਾਂ ਹੁਣ 50 ਚੋਂ 15 ਮਾਈਨਸ ਕਰਨੇ ਆ, ਸਾਨੂੰ ਪਤਾ ਕਿਵੇਂ ਆਪਾਂ ਘਟਾਣੇ ਆ ਨਾ। 50 ਚੋਂ 15 ਮਾਈਨਸ ਕਰੋਗੇ ਤਾਂ ਸਾਡੇ ਕੋਲ ਜਿਹੜਾ ਬਾਕੀ ਹੈ ਉਹ ਬਚੇਗਾ 35। ਠੀਕ ਹੈ, ਤਾਂ ਇਹਦਾ ਮਤਲਬ ਉਹਦੇ ਜਿਹੜੇ ਕੁੱਲ ਜੈਕ ਦੇ ਅੰਕ ਹੈ ਉਹ ਸਾਡੇ ਕੋਲ ਇਸ ਸਵਾਲਨਾਮੇ ਦੇ ਵਿੱਚ ਕਿੰਨੇ ਬਣੇ ਨੇ, 35 ਬਣੇ ਨੇ। ਠੀਕ ਹੈ, ਸੋ ਆਪਾਂ ਇੱਥੇ ਲਿਖ ਦਿਆਂਗੇ, ਸੋ ਅੰਤ ਵਿੱਚ ਜੈਕ ਦੇ ਅੰਕਾਂ ਦਾ ਜੋੜ 35 ਸੀ। ਠੀਕ ਹੈ ਵਿਦਿਆਰਥੀਓ, ਇਹ ਸਾਡੇ ਕੋਲ ਦੂਜਾ ਸਵਾਲ ਸੀਗਾ ਪਹਿਲੇ ਅਭਿਆਸ ਦਾ, ਅਭਿਆਸ 1.1 ਦਾ। ਤੋ ਮੈਨੂੰ ਉਮੀਦ ਹੈ ਕਿ ਦੋਨੋਂ ਸਵਾਲ ਜਿਹੜੇ ਆ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝੇ ਹੋਣਗੇ। ਜਿਹੜੀ ਚੀਜ਼ ਤੁਹਾਨੂੰ ਕੋਈ ਨਹੀਂ ਪਤਾ ਲੱਗੀ ਉਹਨੂੰ ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਜਿਹੜਾ ਉਹ ਦੇਖ ਸਕਦੇ ਆ, ਇੱਕ ਵਾਰ, ਦੋ ਵਾਰ, ਜਿੰਨੀ ਵਾਰ ਮਰਜ਼ੀ। ਠੀਕ ਹੈ, ਤੋ ਦੇਖ ਕੇ ਇਹਨੂੰ ਕਾਪੀਜ਼ 'ਤੇ ਆਪਣੇ ਨੋਟ ਕਰਨਾ ਹੈ, ਅਤੇ ਇਹਦੇ ਅਗਲੇ ਕੁਐਸਚਨ ਜਿਹੜਾ ਤੀਜਾ ਚੌਥਾ ਹੈ ਕੋਸ਼ਿਸ਼ ਕਰਨੀ ਹੈ, ਅਗਰ ਤੁਹਾਡੇ ਕੋਲ ਬੁੱਕਸ ਹੈਗੀਆਂ ਨੇ ਤਾਂ ਉਹ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੈਂ ਤੁਹਾਨੂੰ ਸਵਾਲ ਦਿਖਾ ਦਿੰਦਾ ਅਗਲੇ ਵਾਲੇ। ਇਹ ਸਾਡੇ ਕੋਲ ਤੀਜਾ ਸਵਾਲ ਤੇ ਚੌਥਾ ਸਵਾਲ ਹੈ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਸਟੇਟਮੈਂਟ ਜਿਹੜੀਆਂ ਨੋਟ ਕਰ ਸਕਦੇ ਹੋ ਤੇ ਕੋਸ਼ਿਸ਼ ਕਰ ਸਕਦੇ ਹੋ ਇਹਨਾਂ ਨੂੰ ਹੱਲ ਕਰਨ ਦੀ। ਠੀਕ ਹੈ, ਤੋ ਅਗਲੀ ਵੀਡੀਓ ਦੇ ਵਿੱਚ ਇਹ ਸਵਾਲ ਜਿਹੜੇ ਹੈਗੇ ਹੈ ਤੇ ਇਸ ਤੋਂ ਅਗਲੇ ਜਿਹੜੇ ਸਵਾਲ ਹੈ ਉਹ ਆਪਾਂ ਕਰਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ, ਹੈਪੀ ਲਰਨਿੰਗ, ਥੈਂਕ ਯੂ।